ਹਾਲ ਹੀ ਵਿੱਚ ਐਡਮਿੰਟਨ ਦੇ ਅੰਦਰ 24 ਸਾਲ ਦੇ ਸਨਰਾਜ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ। ਉਸ ਤੋਂ ਥੋੜੇ ਦਿਨ ਪਹਿਲਾਂ ਹੀ ਮਿਸੀਸਾਗਾ ਦੇ ਅੰਦਰ 21 ਸਾਲ ਦੀ ਕੁੜੀ ਪਵਨਪ੍ਰੀਤ ਕੌਰ ਨੂੰ ਗੈਸ ਸਟੇਸ਼ਨ ਤੇ ਮਾਰ ਦਿੱਤਾ ਜਾਂਦਾ ਹੈ। ਬਿਨਾਂ ਕਿਸੇ ਕਾਰਨ ਤੋਂ ਹੀ ਆ ਕੇ ਕਿਸੇ ਨੂੰ ਇਸ ਤਰੀਕੇ ਦੇ ਨਾਲ ਗੋਲੀ ਮਾਰਤੀ ਗਈ ਜਾਂ ਸਟੈਬ ਕਰਤਾ ਗਿਆ, ਉਸਦੇ ਪਿੱਛੇ ਕੋਈ ਨਾ ਕੋਈ ਮੋਟਿਵ ਜ਼ਰੂਰ ਹੁੰਦਾ ਹੈ। ਤੁਸੀਂ ਆਪਸ ਇੱਕ ਦੂਸਰੇ ਨੂੰ ਨੁਕਸਾਨ ਪਹੁੰਚਾ ਰਹੇ ਹੋ ਤੇ ਉਹਦੇ ਲਈ ਤੁਸੀਂ ਲੋਕ ਭੁਗਤ ਭੋਗੀ ਹੋ ਤੇ ਪੁਲਿਸ ਤੁਹਾਡੇ ਖਿਲਾਫ ਕਾਰਵਾਈ ਕਰੇਗੀ। ਲੇਕਿਨ ਜਦੋਂ ਤੁਸੀਂ ਕਮਿਊਨਿਟੀ ਦੇ ਵਿੱਚ ਆ ਕੇ ਇਸ ਤਰੀਕੇ ਦੇ ਫਸਾਦ ਕਰਦੇ ਹੋ, ਲੜਾਈ ਝਗੜਾ ਕਰਦੇ ਹੋ, ਹੋਰਾਂ ਲਈ ਇੱਕ ਭੈ ਦਾ ਮਾਹੌਲ ਪੈਦਾ ਕਰਦੇ ਹੋ, ਤਾਂ ਫਿਰ ਇੱਥੋਂ ਦੀ ਅਥਾਰਟੀਜ਼ ਨੂੰ ਟਰਬਲ ਵੀ ਹੁੰਦੀ ਹੈ ਤੇ ਉਹ ਤੁਹਾਨੂੰ ਦੇ ਟੇਕ ਯੂ ਟੂ ਦ ਟਾਸਕ ਆਲਸੋ। ਨੌਜਵਾਨਾਂ ਦੇ ਵਿੱਚ ਜੋਸ਼ ਹੁੰਦਾ ਹੈ ਤੇ ਉਹ ਹੁੱਲੜਬਾਜ਼ੀ ਕਰਨਾ, ਹਲੇ ਉਸ ਜ਼ਿੰਮੇਵਾਰੀ ਦਾ ਅਹਿਸਾਸ ਨਹੀਂ ਹੈ। ਮਾਪਿਆਂ ਨੇ ਕਿੱਡੀ ਘਾਲਣਾ ਕਰਕੇ ਉਹਨਾਂ ਨੂੰ ਇਸ ਲਾਇਕ ਬਣਾਇਆ ਜਾਂ ਫਿਰ ਉਹਨਾਂ ਨੂੰ ਆਪਣੇ ਸੰਸਾਧਨਾਂ ਦੀ ਸਰੋਤਾਂ ਦੀ ਵਰਤੋਂ ਕਰਕੇ ਇੱਥੇ ਭੇਜਿਆ ਤਾਂ ਕਿ ਇੱਥੇ ਪੜ੍ਹ ਸਕਣ, ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾ ਸਕਣ। ਜੋ ਕਿ ਅਕਸਰ ਅਜਿਹੀਆਂ ਹਰਕਤਾਂ ਕਰਦੇ ਨੇ, ਬਾਅਦ ਦੇ ਵਿੱਚ ਇੱਕ ਵਾਇਰਲ ਵੀਡੀਓ ਦੀ ਸ਼ਕਲ ਦੇ ਵਿੱਚ ਉਹ ਹੁੱਲੜਬਾਜ਼ੀ ਕੈਪਚਰ ਹੋ ਜਾਂਦੀ ਤੇ ਸਾਡੇ ਲਈ ਐਂ ਲੱਗਦਾ ਵੀ ਸਾਰੀ ਕਮਿਊਨਿਟੀ ਹੀ ਇਸ ਤਰੀਕੇ ਦੀ ਹੈ। ਕੈਨੇਡਾ ਦੇ ਵੱਖ-ਵੱਖ ਪ੍ਰੋਵਿੰਸਿਸ ਦੇ ਅੰਦਰ ਲਗਾਤਾਰ ਪੰਜਾਬੀ ਨੌਜਵਾਨ ਕੁੜੀਆਂ ਮੁੰਡਿਆਂ ਦੀ ਸ਼ੂਟਿੰਗ ਇਨਸੀਡੈਂਟਸ ਰਾਈਜ਼ ਤੇ ਨੇ। ਹਾਲ ਹੀ ਵਿੱਚ ਐਡਮਿੰਟਨ ਦੇ ਅੰਦਰ 24 ਸਾਲ ਦੇ ਸਨਰਾਜ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ। ਉਸ ਤੋਂ ਥੋੜੇ ਦਿਨ ਪਹਿਲਾਂ ਹੀ ਮਿਸੀਸਾਗਾ ਦੇ ਅੰਦਰ 21 ਸਾਲ ਦੀ ਕੁੜੀ ਪਵਨਪ੍ਰੀਤ ਕੌਰ ਨੂੰ ਗੈਸ ਸਟੇਸ਼ਨ ਤੇ ਮਾਰ ਦਿੱਤਾ ਜਾਂਦਾ। ਕੀ ਹੈ ਕਿਲਿੰਗਸ ਦੇ ਪਿੱਛੇ ਕਾਰਨ, ਕੀ ਰੀਜ਼ਨਸ ਨੇ? ਅੱਜ ਇਸ ਅਹਿਮ ਮੁੱਦੇ ਦੇ ਉੱਤੇ ਗੱਲਬਾਤ ਕਰਾਂਗੇ ਅੱਜ ਦੇ ਪ੍ਰੋਗਰਾਮ ਦੇ ਅੰਦਰ। ਮੈਂ ਤੁਹਾਡਾ ਹੋਸਟ ਸ਼ੁਭਕਰਮਨ ਧਾਲੀਵਾਲ, ਮੇਰੇ ਨਾਲ ਨੇ ਰਿਤੇਸ਼ ਲੱਖੀ ਜੀ। ਲੱਖੀ ਜੀ, ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਸ਼ੁਭਕਰਮਨ ਜੀ। ਲੱਖੀ ਜੀ, ਹਾਲ ਹੀ ਵਿੱਚ ਨਵੰਬਰ ਦੇ ਮਹੀਨੇ ਤੋਂ ਲੈ ਕੇ ਹੁਣ ਤੱਕ ਦੀ ਜੇ ਗੱਲ ਕਰੀਏ, ਅੱਜ ਦੀ ਤਰੀਕ ਤੱਕ ਦੀ, ਤਾਂ ਲਗਾਤਾਰ ਸਟੈਬਿੰਗ ਇਨਸੀਡੈਂਟ, ਸ਼ੂਟਿੰਗ ਇਨਸੀਡੈਂਟਸ ਹੋ ਰਹੇ ਨੇ ਜਿਹਦੇ ਵਿੱਚ ਬਹੁਤ ਸਾਰੇ ਯੰਗਸਟਰਸ, ਪੰਜਾਬੀ ਯੰਗਸਟਰਸ ਇਨਵੋਲਵਡ ਹੋ ਰਹੇ ਨੇ ਤੇ ਕਤਲ ਕਰ ਦਿੱਤਾ ਜਾਂਦਾ, ਚਾਹੇ ਕੁੜੀਆਂ ਹੋਣ ਮੁੰਡੇ ਹੋਣ। ਇਹ ਸਾਰਾ ਜਿਹੜਾ ਬਿਰਤਾਂਤ ਹੈ, ਪੰਜਾਬ 'ਚ ਬੈਠੇ ਲੋਕ ਵੀ ਚਿੰਤਤ ਨੇ, ਕੈਨੇਡਾ ਦੇ ਲੋਕ ਵੀ ਚਿੰਤਤ ਨੇ। ਹੋ ਕੀ ਰਿਹਾ, ਤੁਹਾਨੂੰ ਕੀ ਲੱਗਦਾ ਇਹਦੇ ਪਿੱਛੇ ਕੀ ਰੀਜ਼ਨਸ ਨੇ? ਦੇਖੋ ਸ਼ੁਭਕਰਮਨ, ਇਹਦੇ ਪਿੱਛੇ ਵੱਖਰੇ ਵੱਖਰੇ ਕੇਸਿਸ ਹੈਗੇ ਨੇ ਤੇ ਅਲੱਗ-ਅਲੱਗ ਕੇਸਾਂ ਨੂੰ ਕੇਸ ਟੂ ਕੇਸ ਦੇਖਣਾ ਪੈਣਾ, ਕਿਉਂਕਿ ਕੋਈ ਐਸਾ ਹਰ ਟ੍ਰੈਂਡ ਨਹੀਂ ਹੈ। ਹਾਲਾਂਕਿ ਜਦੋਂ ਹਰ ਚੌਥੇ ਦਿਨ, ਤੀਸਰੇ ਦਿਨ ਇੱਕ ਅਜਿਹੀ ਖਬਰ ਆਉਂਦੀ ਹੈ, ਮਿਸਿਸਾਗਾ ਤੋਂ ਖਬਰ ਆਉਂਦੀ ਹੈ, ਹੁਣ ਐਡਮਿੰਟਨ ਤੋਂ ਖਬਰ ਆ ਰਹੀ ਹੈ। ਤਕਰੀਬਨ 1 ਮਹੀਨਾ ਪਹਿਲਾਂ ਇੱਥੋਂ ਸਰੀ ਦੇ ਵਿੱਚ ਕਿਵੇਂ ਇੱਕ ਹਾਈ ਸਕੂਲ ਦੇ ਵਿੱਚ ਜਿਹੜੀ ਸਟੈਬਿੰਗ ਹੋਈ, ਟਮੈਨਵਸ ਸਕੇਅਰ ਦੇ ਵਿੱਚ, ਤੇ ਉਹ ਸਕੂਲ ਦੇ ਵਿੱਚ ਹੋਈ। ਤੇ ਉਹ ਸਾਰੀਆਂ ਜਿਹੜੀਆਂ ਘਟਨਾਵਾਂ ਹੈਗੀਆਂ ਨੇ ਉਹ ਸਾਨੂੰ ਚਿੰਤਿਤ ਕਰਦੀਆਂ ਨੇ, ਖਾਸ ਕਰਕੇ ਉਹ ਮਾਪੇ ਜਿਨ੍ਹਾਂ ਨੇ ਕਿ ਆਪਣੇ ਬੱਚਿਆਂ ਨੂੰ ਸਟੱਡੀ ਵੀਜ਼ਾ ਦੇ ਉੱਤੇ ਪੜ੍ਹਨ ਲਿਖਣ ਲਈ ਇੱਥੇ ਭੇਜਿਆ ਹੋਇਆ ਹੈ, ਜਾਂ ਈਵਨ ਅਦਰਵਾਈਜ਼ ਜਿਹੜੇ ਲੋਕ ਕੰਮ ਕਰ ਰਹੇ ਨੇ। ਇੰਝ ਲੱਗਦਾ ਕਿ ਸ਼ਾਇਦ ਜਿਹੜੇ ਪ੍ਰੋਵਿੰਸ਼ੀਅਲ ਲੈਵਲ ਦੇ ਉੱਤੇ, ਕਿਉਂਕਿ ਹਰ ਇਲਾਕੇ 'ਚੋਂ ਖਬਰਾਂ ਆ ਰਹੀਆਂ ਨੇ। ਆਫ ਕੋਰਸ ਬ੍ਰਿਟਿਸ਼ ਕੋਲੰਬੀਆ, ਵੈਨਕੂਵਰ ਦੇ ਵਿੱਚ ਜਿਹੜਾ ਕ੍ਰਾਈਮ ਹੈ ਉਹ ਹੋਰ ਸੂਬਿਆਂ, ਪ੍ਰੋਵਿੰਸਿਸ ਦੇ ਮੁਕਾਬਲੇ ਜ਼ਿਆਦਾ, ਤੇ ਘਟਨਾਵਾਂ ਵੀ ਇੱਥੇ ਜ਼ਿਆਦਾ ਨੇ। ਈਵਨ ਲਾਸਟ ਵੀਕ ਦੇ ਵਿੱਚ ਜਿਹੜੀ ਅਰਲੀ ਇਨ ਦ ਵੀਕ ਸਟੈਬਿੰਗ ਹੋਈ ਹੈ, ਇਸ ਵੀਕ 'ਚ ਇੱਕ 40 ਸਾਲਾ ਮਹਿਲਾ ਜਿਹੜੀ ਸੀ ਹਰਪ੍ਰੀਤ ਕੌਰ, ਉਸਦੀ ਹੱਤਿਆ ਕਰਤੀ ਗਈ, ਉਸਦੇ ਪਤੀ ਵੱਲੋਂ ਉਸਨੂੰ ਕਤਲ ਕੀਤਾ ਗਿਆ। ਸੋ ਲੱਗਦਾ ਤਾਂ ਇੰਝ ਹੈ ਕਿ ਕ੍ਰਾਈਮ ਜਿਹੜਾ ਹੈ ਉਹ ਲਗਾਤਾਰ ਵਾਧਾ ਹੋ ਰਿਹਾ। ਲੇਕਿਨ ਜੇ ਆਪਾਂ ਸਾਰੇ ਕੇਸਿਸ ਨੂੰ ਅਲੱਗ ਕੇਸ ਟੂ ਕੇਸ ਸਟੱਡੀ ਕਰਾਂਗੇ ਤਾਂ ਇਹਦੇ ਵਿੱਚ ਵੱਖੋ ਵੱਖ ਕਾਰਨ ਨਿਕਲਣਗੇ। ਲੇਕਿਨ ਜਦੋਂ ਤਸਵੀਰ ਐਜ਼ ਏ ਕਮਿਊਨਿਟੀ ਸਾਹਮਣੇ ਆਉਂਦੀ ਹੈ ਕਿ ਪੰਜਾਬੀ ਨੌਜਵਾਨ ਮੁੰਡੇ, ਕੁੜੀਆਂ, ਗੱਭਰੂ, ਮੁਟਿਆਰ ਹੈਗੇ ਨੇ ਜੋ ਕਿ ਕਿਤੇ ਨਾ ਕਿਤੇ ਨਿਸ਼ਾਨਾ ਬਣਦੇ ਨੇ, ਖਾਸ ਕਰਕੇ ਪਵਨਪ੍ਰੀਤ ਦਾ ਜਿਹੜਾ ਕੇਸ ਤੁਸੀਂ ਮਿਸਿਸਾਗਾ ਜਿਹੜਾ ਪੈਟਰੋਲ ਸਟੇਸ਼ਨ ਦੇ ਉੱਤੇ ਸ਼ੂਟਿੰਗ ਹੁੰਦੀ ਹੈ, ਸਨਰਾਜ ਦਾ ਕੇਸ ਵੀ ਬੜਾ ਅਪਸੈਟਿੰਗ ਹੈ। ਇੱਕ ਜਿਹੜੀ ਦੁਖਾਂਤ ਸਾਡਾ ਇਹ ਸਿਸਟਮ ਦਾ ਕਹਿ ਲਈਏ ਕਿ ਜਿਹੜੀ ਡਿਟੇਲਸ ਨੇ ਉਹ ਉਭਰਨ ਦੇ ਵਿੱਚ ਸਮਾਂ ਲੱਗਦਾ ਹੈ। ਕੁਝ ਪੱਖੋਂ ਇਹ ਗੱਲਬਾਤ ਠੀਕ ਵੀ ਹੈ, ਕਿਉਂਕਿ ਜਿਹੜੀ ਇੱਥੋਂ ਦੀ ਅਥਾਰਟੀਜ਼ ਹੈਗੀਆਂ ਨੇ ਉਹ ਜ਼ਿਆਦਾ ਛੇਤੀ ਕਾਹਲੀ ਦੇ ਵਿੱਚ ਕੋਈ ਥਿਊਰੀ ਨੂੰ ਲੈ ਕੇ ਜਾਂ ਕੋਈ ਨਿਸ਼ਕਰਸ਼ ਨੂੰ ਲੈ ਕੇ, ਕੰਕਲੂਜਨ ਨੂੰ ਲੈ ਕੇ ਅੱਗੇ ਨਹੀਂ ਵਧਦੀਆਂ। ਇਹੀ ਕਾਰਨ ਹੈ ਕਿ ਉਹ ਬੜਾ ਆਪਣਾ ਟਾਈਮ ਲੈਂਦੀਆਂ ਨੇ। ਠਰਮੇ ਦੇ ਨਾਲ ਵਾਰਦਾਤ ਹੋ ਜਾਂਦੀ ਹੈ, ਵਾਰਦਾਤ ਤੋਂ 2 ਜਾਂ 3 ਦਿਨ ਬਾਅਦ ਪਰਿਵਾਰ ਤੋਂ ਜਦ ਤੱਕ ਸਹਿਮਤੀ ਨਹੀਂ ਲੈ ਲਈ ਜਾਂਦੀ ਤਦ ਤੱਕ ਵਿਕਟਮ ਦੀ ਜਿਹੜੀ ਪਛਾਣ ਹੈ ਉਸ ਨੂੰ ਨਹੀਂ ਦੱਸਿਆ ਜਾਂਦਾ। ਆਈ ਥਿੰਕ ਸਨਰਾਜ ਦੇ ਕੇਸ ਦੇ ਵਿੱਚ ਵੀ ਇਹੀ ਹੋਇਆ, ਪਵਨਪ੍ਰੀਤ ਦੇ ਕੇਸ ਦੇ ਵਿੱਚ ਵੀ ਹੋਇਆ। ਸਾਨੂੰ ਇਮੀਡੀਏਟਲੀ ਪਤਾ ਨਹੀਂ ਲੱਗਦਾ ਵੀ ਕਿਸੇ ਘਟਨਾ ਵਾਪਰੀ ਹੈ ਕਿਸੇ ਥਾਂ ਦੇ ਉੱਤੇ ਤੇ ਉਹ ਬੱਚੇ ਦਾ ਨਾਂ ਕੀ ਹੈ, ਜਾਂ ਕਿਸੇ ਲੜਕੇ, ਲੜਕੀ, ਬਜ਼ੁਰਗ, ਮਹਿਲਾ ਜਿਹਦੇ ਵੀ ਨਾਲ ਵੀ ਇਹ ਭਾਣਾ ਵਾਪਰਿਆ ਹੈ ਉਸ ਦੀ ਪਛਾਣ ਇਤਨੀ ਛੇਤੀ ਨਹੀਂ ਹੁੰਦੀ। ਫਿਰ ਪਰਿਵਾਰ ਤੋਂ ਸਹਿਮਤੀ ਲੈਣ ਤੋਂ ਬਾਅਦ ਜਿਹੜੀ ਪੁਲਿਸ ਹੈ, ਖਾਸ ਕਰਕੇ ਜਿਹੜੀ RCMP ਸਰੀ ਦੇ ਵਿੱਚ ਆਈਹਿਟ ਦੀਆਂ ਜਿਹੜੀਆਂ ਟੀਮਾਂ ਬਣ ਜਾਂਦੀਆਂ ਨੇ, ਜਦੋਂ ਕੋਈ ਹੋਮਿਸਾਈਡ ਦਾ ਕੇਸ ਬਣ ਜਾਂਦਾ, ਯਾਨੀ ਕਿ ਮੌਤ ਹੋ ਜਾਂਦੀ ਹੈ, ਫੇਟਲ ਉਹ ਜਿਹੜੀ ਘਟਨਾ ਹੈ, ਦੁਰਘਟਨਾ ਸਾਬਤ ਹੁੰਦੀ ਹੈ, ਉਸ ਤੋਂ ਬਾਅਦ ਪੁਲਿਸ ਪਿਕਚਰ ਚ ਆਉਂਦੀ ਹੈ ਤੇ ਇਨਵੈਸਟੀਗੇਟਰਸ ਫਿਰ ਜਾ ਕੇ ਵਿਕਟਮ ਦੀ ਪਛਾਣ ਦੱਸਦੇ ਨੇ। ਲੇਕਿਨ ਕਿਉਂਕਿ ਅਜੇ ਤੱਕ ਸਨਰਾਜ ਦੇ ਕੇਸ ਦੇ ਵਿੱਚ ਕਹਿ ਲਈਏ, ਜਾਂ ਆ ਜਿਹੜੀ ਲੜਕੀ ਹੈ ਪਵਨਪ੍ਰੀਤ ਕੌਰ, ਇਸ ਦੇ ਕੇਸ ਦੇ ਵਿੱਚ ਸ਼ਾਇਦ ਅਜੇ ਤੱਕ ਜਿਹੜੇ ਹਮਲਾਵਰ ਹੈਗੇ ਨੇ ਉਹਨਾਂ ਦੀ ਪਛਾਣ ਨਹੀਂ ਹੋ ਪਾਈ ਹੈ। ਸੋ ਉਹ ਸਾਡੇ ਲਈ ਚਿੰਤਾਵਾਂ ਹੋਰ ਵਧਾਉਂਦੇ ਨੇ ਵੀ ਐਡਾ ਸਮਾਂ ਕਿਉਂ ਲੱਗ ਰਿਹਾ ਹੈ। ਇਸ ਦੇ ਮੁਕਾਬਲੇ ਆਪਾਂ ਜੇ ਆਪਣਾ ਇੰਡੀਆ ਦਾ ਸਿਸਟਮ ਵੇਖੀਏ ਤੇ ਉੱਥੇ ਡਿਟੇਲਸ ਕੁਝ ਮਿੰਟਾਂ ਕੁਝ ਘੰਟਿਆਂ ਦੇ ਵਿੱਚ ਬਾਹਰ ਆ ਜਾਂਦੀਆਂ ਨੇ ਤੇ ਬਾਈ ਐਂਡ ਲਾਰਜ ਤਸਵੀਰਾਂ ਕਲੀਅਰ ਹੋ ਚੁੱਕੀਆਂ ਹੁੰਦੀਆਂ ਨੇ। ਲੇਕਿਨ ਇੱਥੇ ਜਿਹਾ ਨਹੀਂ ਹੁੰਦਾ ਤੇ ਸ਼ਾਇਦ ਇਹੀ ਚਿੰਤਾਵਾਂ ਨੂੰ ਵਧਾਉਂਦਾ ਵੀ ਹੈ, ਕਿਉਂਕਿ ਕਈ ਹਫ਼ਤਿਆਂ ਬਾਅਦ ਅਸਲ ਦੇ ਵਿੱਚ ਪੂਰੀ ਕਹਾਣੀ
ਰਾਦਰ ਈਵਨ ਜਿਹੜੇ ਅਕਿਊਜ਼ਡ ਹੁੰਦੇ ਨੇ, ਜਿਹੜੇ ਕਿ ਮੁਲਜ਼ਮ ਹੁੰਦੇ ਨੇ ਜੀ, ਉਹ ਫੜ ਧਰ ਵੀ ਲਏ ਜਾਣ, ਗ੍ਰਿਫਤਾਰ ਕਰ ਲਏ ਜਾਣ, ਜਦ ਤੱਕ ਪੁਲਿਸ ਜਾਂ ਲੋਕਲ ਅਥਾਰਟੀਜ਼ ਇਸ ਗੱਲ ਨੂੰ ਲੈ ਕੇ ਵਿਸ਼ਵਾਸ ਉਹਨਾਂ ਦਾ ਪੱਕਾ ਨਹੀਂ ਹੋ ਜਾਂਦਾ ਕਿ ਇਹੀ ਉਹ ਲੋਕ ਹੈਗੇ ਨੇ ਤੇ ਇਹਨਾਂ ਦੇ ਖਿਲਾਫ ਉਹ ਚਾਰਜਸ ਪ੍ਰੈਸ ਕੀਤੇ ਜਾ ਸਕਦੇ ਨੇ ਕਰਾਊਨ ਕੋਲ ਜਾਂ ਕੋਰਟਸ ਦੇ ਵਿੱਚ, ਤਦ ਤੱਕ ਉਹ ਉਹਨਾਂ ਦਾ ਅਕਿਊਜ਼ ਦਾ ਨਾਂ ਨਹੀਂ ਦਿੰਦੀਆਂ। ਸੋ ਇਹੀ ਕਾਰਨ ਹੈ ਕਿ ਜਿਹੜੀਆਂ ਚਿੰਤਾਵਾਂ ਵੱਧਦੀਆਂ ਨੇ ਤੇ ਡਿਟੇਲਸ ਘੱਟ ਮਿਲਣ ਕਾਰਨ ਪਰੇਸ਼ਾਨੀ ਥੋੜੀ ਜ਼ਿਆਦਾ ਵੱਧਦੀ ਹੈ ਤੇ ਇੱਕ ਤੋਂ ਬਾਅਦ ਇੱਕ ਘਟਨਾਵਾਂ ਨੂੰ ਇੱਕ ਸਿਲਸਿਲੇ ਵਜੋਂ ਵੇਖਦੇ ਹਾਂ ਤਾਂ ਸਾਡੇ ਲਈ ਪਰੇਸ਼ਾਨੀ ਥੋੜੀ ਜ਼ਿਆਦਾ ਖੜੀ ਹੁੰਦੀ ਹੈ। ਜੀ ਰਿਤੇਸ਼ ਜੀ, ਜਿਹੜਾ ਪੈਟਰਨ ਹੈ ਇਸ ਬਹੁਤ ਸਾਰੇ ਨਵੰਬਰ ਮਹੀਨੇ ਤੋਂ ਹੁਣ ਤੱਕ ਦਾ, ਤਾਂ ਉਸ ਤੋਂ ਪਹਿਲਾਂ ਵੀ, ਤਾਂ ਕਿਹੜੇ ਪਹਿਲੂ ਤੇ ਤੁਹਾਨੂੰ ਲੱਗਦਾ ਵੀ ਨੌਜਵਾਨ ਜਿਹੜੇ ਹੈਗੇ ਆ ਕਿ ਇਹ ਡਿਟੀਰੀਓਰੇਸ਼ਨ ਆਫ ਰਿਲੇਸ਼ਨਸ਼ਿਪਸ ਹੈ ਵਿਦ ਫੈਮਿਲੀ ਜਾਂ ਫਰੈਂਡਸ਼ਿਪਸ ਦੇ ਅੰਦਰ ਬਹੁਤ ਵਾਰੀ ਦੇਖਿਆ ਜਾਂਦਾ ਬਹੁਤ ਛੋਟਾ ਜਾਂ ਮਾਮੂਲੀ ਜੀ ਗੱਲ ਪਿੱਛੇ ਹੀ ਕਤਲ ਹੋ ਰਹੇ ਨੇ? ਜਿਹਦੇ ਤੋਂ ਮਲਟੀਪਲ ਕਾਰਨ ਹੈਗੇ ਨੇ, ਕਿਉਂਕਿ ਇਹ ਕੇਸ ਟੂ ਕੇਸ ਵੀ ਵੇਰੀ ਕਰਦਾ ਹੈ। ਮਾਪਿਆਂ ਦੀ ਅਕਸਰ, ਕਿਉਂਕਿ ਮਹਿਕਪ੍ਰੀਤ ਦਾ ਕੇਸ ਹੈ ਜਿੱਥੇ ਕਿ ਸਟੈਬਿੰਗ ਦੀ ਘਟਨਾ ਹੁੰਦੀ ਹੈ, ਤਮਾਨਵਿਸ ਜਿਹੜਾ ਸਕੂਲ ਹੈ ਇੱਥੇ, ਉੱਥੇ ਇਹ ਘਟਨਾ ਤੋਂ ਬਾਅਦ ਤਕਰੀਬਨ ਇੱਕ ਹਫ਼ਤਾ ਬਾਅਦ ਜਿਹੜੇ ਪਰਿਵਾਰ ਸੀ ਉਹਨਾਂ ਨੇ ਇੱਕ ਕੈਂਡਲ ਲਾਈਟ ਜਿਹੜਾ ਵਿਜਿਲ ਸੀ ਉਸ ਨੂੰ ਆਬਜ਼ਰਵ ਕੀਤਾ, ਕੈਂਡਲ ਲਾਈਟ ਮਾਰਚ ਜਿਹੜਾ ਕੱਢਿਆ ਸਕੂਲ ਤੋਂ ਲੈ ਕੇ ਹਾਈਵੇ ਤੱਕ। ਤੇ ਉੱਥੇ ਸਮਝ ਵਿੱਚ ਇਹ ਆਇਆ ਕਿ ਪੇਰੈਂਟਸ ਕਾਫੀ ਜ਼ਿਆਦਾ ਖੁਸ਼ ਨਹੀਂ ਸਨ ਇਨਵੈਸਟੀਗੇਸ਼ਨ ਦੀ ਰਫ਼ਤਾਰ ਤੋਂ, ਤੇ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਹੋਰ ਕੇਸਾਂ ਦੇ ਵਿੱਚ ਵੀ ਦੇਖਣ ਵਿੱਚ ਮਿਲਦੀਆਂ ਨੇ, ਕਿਉਂਕਿ ਪੇਰੈਂਟਸ ਸੈਟਿਸਫਾਈਡ ਨਹੀਂ ਹੁੰਦੇ ਜਿਸ ਤਰੀਕੇ ਦੇ ਨਾਲ ਪੁਲਿਸ ਦਾ ਕੰਮ ਕਰਨ ਦਾ ਜਾਂ ਇੱਥੋਂ ਦੀ ਆਈਹਿਟ ਦਾ ਕੰਮ ਕਰਨ ਦਾ ਤਰੀਕਾ ਹੈ। ਤਾਂ ਉਹ ਕਈ ਵਾਰ ਭਾਵਨਾਵਾਂ ਜਿਹੜੀਆਂ ਐਸਪੀਰੇਸ਼ਨਸ ਕਹਿ ਸਕਦੇ ਹਾਂ, ਇੱਛਾਵਾਂ ਹੁੰਦੀਆਂ ਨੇ ਮਾਪਿਆਂ ਦੀਆਂ, ਉਹਦੇ ਹਿਸਾਬ ਨਾਲ ਨਹੀਂ ਹੁੰਦਾ। ਤੇ ਕਈ ਵਾਰ ਇਹ ਇਸ ਦਾ ਰੇਸ਼ੀਅਲ ਡਾਇਮੈਂਸ਼ਨ ਜਾਂ ਇਸ ਤਰੀਕੇ ਦੀ ਗੱਲਬਾਤ ਵੀ ਉਭਾਰੀ ਜਾਂਦੀ ਹੈ ਕਿ ਕਿਉਂਕਿ ਇਹ ਪੰਜਾਬੀ ਬੱਚੇ ਨੇ, ਜੇ ਕੋਈ ਹੋਰ ਕਮਿਊਨਿਟੀ ਦਾ ਇਸ ਵਾਰਦਾਤ ਦੇ ਵਿੱਚ ਮਰਿਆ ਹੁੰਦਾ ਬੱਚਾ ਜਾਂ ਉਸਦੀ ਹੱਤਿਆ ਕੀਤੀ ਗਈ ਹੁੰਦੀ ਤਾਂ ਫਿਰ ਸ਼ਾਇਦ ਜਾਂਚ ਦੀ ਰਫ਼ਤਾਰ ਵੱਖ ਹੋਣੀ ਸੀ। ਇਹ ਪਰਿਵਾਰ ਵਾਲਿਆਂ ਦਾ ਭਾਵ ਹੈ, ਕਿਉਂਕਿ ਮੈਂ ਮਹਿਕਪ੍ਰੀਤ ਦੀ ਉਸ ਕੈਂਡਲ ਲਾਈਟ ਵਿਜਿਲ ਨੂੰ ਅਟੈਂਡ ਕੀਤਾ, ਉੱਥੇ ਇਹ ਚੀਜ਼ ਸਮਝ ਵਿੱਚ ਆ ਰਹੀ ਸੀ ਕਿ ਮਾਪਿਆਂ ਦੇ ਮਨ ਦੇ ਵਿੱਚ ਇਹ ਹੈ ਵੀ ਜਿਹੜੀ ਤਫਤੀਸ਼ ਹੈ ਉਹ ਸਹੀ ਤਰੀਕੇ ਦੇ ਨਾਲ ਨਹੀਂ ਹੋ ਪਾ ਰਹੀ, ਰਫ਼ਤਾਰ ਉਸਦੀ ਠੀਕ ਨਹੀਂ ਹੈ। CCTV ਫੁਟੇਜਸ ਜਿਹੜੀ ਸਕੂਲ ਦੇ ਵਿੱਚ ਸਕੂਲ ਆਈਹਿਟ ਨੂੰ ਨਹੀਂ ਮੁਹੱਈਆ ਕਰਾ ਰਿਹਾ ਸੀ, ਆਈਹਿਟ ਦੇ ਅਧਿਕਾਰੀ ਜਿਹੜੇ ਸੀ ਉਹ ਪਰਿਵਾਰ ਨੂੰ ਇਹ ਕਹਿੰਦੇ ਹੋਏ ਕੋਟ ਕੀਤੇ ਗਏ, ਉਹਦੇ ਪਰਿਵਾਰ ਦਾ ਇਲਜ਼ਾਮ ਸੀ ਕਿ ਉਹਨਾਂ ਕੋਲ ਅਧਿਕਾਰੀ ਨਹੀਂ ਹੈਗੇ, ਕ੍ਰਿਸਮਸ ਦਾ ਸੀਜ਼ਨ ਆ ਗਿਆ ਤੇ ਲੋੜੀਂਦੇ ਜਿਹੜੇ ਜਾਂਚ ਅਫਸਰ ਹੀ ਨਹੀਂ ਹੈਗੇ ਪੁਲਿਸ ਕੋਲ, ਸੋ ਉਹਨਾਂ ਕੋਲ ਹੋਰ ਹੋਮਿਸਾਈਡ ਦੇ ਬਹੁਤ ਕੇਸ ਨੇ, ਤਾਂ ਉਹ ਇਸ ਕੇਸ ਦੇ ਵਿੱਚ ਕਿੰਨੀ ਗ੍ਰਿਫਤਾਰ ਕੇ ਚੱਲਣ। ਸੋ ਇਸ ਤਰੀਕੇ ਦੀਆਂ ਜਿਹੜੀਆਂ ਕਮੀਆਂ ਪੇਸ਼ੀਆਂ ਹੈਗੀਆਂ ਨੇ ਜਾਂ ਸਿਸਟਮ ਦੇ ਵਿੱਚ ਵੀ ਕੁਝ ਘਾਟ ਹੋ ਸਕਦੀ ਹੈ, ਜਿਸ ਕਾਰਨ ਕਿ ਅਕਸਰ ਪੇਰੈਂਟਸ ਬਹੁਤ ਜ਼ਿਆਦਾ ਚਿੰਤਿਤ ਰਹਿੰਦੇ ਨੇ। ਜਿਹੜਾ ਸਵਾਲ ਤੁਸੀਂ ਪੁੱਛਿਆ ਕਿ ਉਸਦੇ ਵਿੱਚ ਮਲਟੀਪਲ ਕਾਰਨ ਹੋ ਸਕਦੇ ਨੇ, ਇਹ ਗੱਲ ਲੋੜ ਮਹਿਸੂਸ ਕੀਤੀ ਗਈ ਕਿ ਪੇਰੈਂਟਸ ਤਾਂ ਆਪਣੇ ਬੱਚਿਆਂ ਦੇ ਵਿੱਚ ਬੜਾ ਵਿਸ਼ਵਾਸ ਕਰਦੇ ਨੇ, ਉਹਨਾਂ ਨੂੰ ਹੁੰਦਾ ਵੀ ਸਾਡਾ ਬੱਚਾ ਤਾਂ ਚੰਗਾ ਵਾਲਾ ਬੱਚਾ ਸੀ, ਘਰੇ ਆਉਂਦਾ ਸੀ ਜਾਂਦਾ ਸੀ, ਉਸਦਾ ਕੋਈ ਅਜਿਹਾ ਕਿਸੇ ਵੀ ਗੈਰ ਸਮਾਜਿਕ ਅੰਸਰ ਦੇ ਨਾਲ ਕੋਈ ਰਾਬਤਾ ਨਹੀਂ ਹੋ ਸਕਦਾ, ਤਾਲੁਕ ਨਹੀਂ ਹੋ ਸਕਦਾ। ਲੇਕਿਨ ਜਦ ਤੁਸੀਂ ਸਰਕਮਸਟੈਂਸਿਸ ਵੇਖਦੇ ਹੋ ਤਾਂ ਕੋਈ ਅਜਿਹਾ ਕਾਰਨ ਕਈ ਵਾਰ ਨਹੀਂ ਵੀ ਵੱਡਾ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਬਿਨਾਂ ਕਿਸੇ ਕਾਰਨ ਤੋਂ ਹੀ ਆ ਕੇ ਕਿਸੇ ਨੂੰ ਇਸ ਤਰੀਕੇ ਦੇ ਨਾਲ ਗੋਲੀ ਮਾਰਤੀ ਗਈ ਜਾਂ ਸਟੈਬ ਕਰਤਾ ਗਿਆ, ਉਸਦੇ ਪਿੱਛੇ ਕੋਈ ਨਾ ਕੋਈ ਮੋਟਿਵ ਜ਼ਰੂਰ ਹੁੰਦਾ ਹੈ। ਜਿਹੜੀ ਮਿਸਿਸਾਗਾ ਦਾ ਕੇਸ ਹੈ, ਇਸ ਦੇ ਪਿੱਛੇ ਹੁਣ ਕੀ ਇੱਕ ਆਈ ਥਿੰਕ ਸਾਈਕਲ ਜਿਹੜਾ ਹੈ ਮੌਕਾ ਵਾਰਦਾਤ ਤੋਂ ਬਾਅਦ ਦੇ ਵਿੱਚ ਉਸ ਨੂੰ ਆਇਡੈਂਟੀਫਾਈ ਕੀਤਾ ਗਿਆ ਹੈ ਕਿ ਸਾਈਕਲ ਦੇ ਉੱਤੇ ਹਮਲਾਵਰ ਆਇਆ ਤੇ ਉਸਨੇ ਇਸ ਲੜਕੀ ਨੂੰ ਗੋਲੀ ਮਾਰੀ ਤੇ ਉਸ ਤੋਂ ਬਾਅਦ ਉੱਥੋਂ ਫਰਾਰ ਹੋ ਗਿਆ। ਹੁਣ ਉਸਦੇ ਪਿੱਛੇ ਕੀ ਕਾਰਨ ਹੋ ਸਕਦਾ? ਇੱਕ ਸਿੱਧੀ ਸਾਦੀ ਲੜਕੀ ਜੋ ਕਿ ਪੈਟਰੋਲ ਸਟੇਸ਼ਨ ਉੱਤੇ ਕੰਮ ਕਰਦੀ ਸੀ, ਕੀ ਕਾਰਨ ਆਪਾਂ ਮੰਨ ਸਕਦੇ ਹਾਂ, ਕੀ ਅਸਿਊਮ ਕੀਤਾ ਜਾ ਸਕਦਾ ਉਹਦੇ ਪਿੱਛੇ ਦੇ ਕਾਰਨ ਹੋ ਸਕਦੇ ਨੇ ਜਦ ਤੱਕ ਅਸਲ ਦੋਸ਼ੀ ਮੁਲਜ਼ਮ ਹੱਥ ਵਿੱਚ ਨਾ ਆਇਆ ਹੋਵੇ। ਇਸੇ ਤਰੀਕੇ ਦੇ ਨਾਲ ਸਨਰਾਜ ਦਾ ਕੇਸ ਹੈ, ਕਿਉਂਕਿ ਜਦੋਂ ਸਾਡੇ ਮਾਪੇ ਪੇਰੈਂਟਸ ਬਤੌਰ ਇੱਕ ਕਮਿਊਨਿਟੀ ਦੇ ਰਿਪਰੈਜ਼ੈਂਟੇਟਿਵ ਹੋਣ ਦੇ ਨਾਤੇ ਅਸੀਂ ਇਸ ਚੀਜ਼ ਨੂੰ ਕੁਐਸਚਨ ਕਰਦੇ ਹਾਂ ਤੇ ਘਰਦਿਆਂ ਤੋਂ ਪੁੱਛਣ ਦੀ ਕੋਸ਼ਿਸ਼ ਕਰਦੇ ਹਾਂ ਵੀ ਤੁਹਾਡੇ ਬੱਚੇ ਦਾ ਵਿਵਹਾਰ ਕੀ ਸੀ, ਉਸਦੇ ਕੋਈ ਦੁਸ਼ਮਣ ਜਾਂ ਕਿਸੇ ਨਾਲ ਦੁਸ਼ਮਣੀ, ਤਾਂ ਘਰਦਿਆਂ ਨੂੰ ਇਸ ਬਾਰੇ ਕੋਈ ਜ਼ਿਆਦਾ ਜਾਣਕਾਰੀ ਨਹੀਂ ਹੁੰਦੀ। ਲੇਕਿਨ ਉਹਨਾਂ ਦੀ ਜ਼ਿੰਦਗੀਆਂ ਦੇ ਵਿੱਚ ਕੀ ਚੱਲਦਾ ਪਿਆ ਹੈ ਤੇ ਇਸ ਵਾਸਤੇ ਇਸ ਲੋੜ ਨੂੰ ਹਮੇਸ਼ਾ ਮਹਿਸੂਸ ਵੀ ਕੀਤਾ ਜਾਂਦਾ ਰਿਹਾ ਹੈ ਕਿ ਕਮਿਊਨੀਕੇਸ਼ਨ ਜਿਹੜਾ ਗੈਪ ਹੈ ਪੇਰੈਂਟਸ ਦਾ ਬੱਚਿਆਂ ਦੇ ਨਾਲ, ਉਹ ਇੱਕ ਵੱਡਾ ਚੈਲੰਜ ਬਣਦਾ ਜਾ ਰਿਹਾ। ਸ਼ਾਇਦ ਇਹੀ ਕਾਰਨ ਵੀ ਹੁੰਦਾ ਹੈ ਕਿ ਜਿਹੜਾ ਬੱਚੇ ਉੱਤੇ ਜੇ ਕੋਈ ਖਤਰਾ ਜਿਹਾ ਮੰਡਰਾ ਰਿਹਾ ਹੋਵੇ, ਉਸ ਦਾ ਇਲਮ ਜਾਂ ਉਸਦਾ ਅੰਦਾਜ਼ਾ ਉਸ ਨੂੰ ਖੁਦ ਨੂੰ ਨਹੀਂ ਹੁੰਦਾ, ਲੇਕਿਨ ਜੇ ਮਾਪਿਆਂ ਨਾਲ ਕਦੇ ਗੱਲ ਸਾਂਝੀ ਕੀਤੀ ਗਈ ਹੋਵੇ ਤਾਂ ਸ਼ਾਇਦ ਉਹ ਵੱਖਰੀ ਗੱਲਬਾਤ ਹੋਵੇ ਤੇ ਆਪਣੇ ਅਨੁਭਵ ਤੋਂ ਜਾਂ ਆਪਣੇ ਜਿਸ ਨੂੰ ਕਹਿ ਸਕਦੇ ਆ ਇੰਟੂਇਸ਼ਨ ਤੋਂ ਉਹ ਕਈ ਚੀਜ਼ਾਂ ਨੂੰ ਖਤਰੇ ਨੂੰ ਭਾਂਪ ਸਕਣ। ਸੋ ਉਹ ਕਮੀਆਂ ਖਾਮੀਆਂ ਤਾਂ ਹੈਗੀਆਂ ਨੇ, ਕਿਉਂਕਿ ਅਸੀਂ ਆਪਣੇ ਬੱਚਿਆਂ ਤੋਂ ਆਪਣੀ ਅਗਲੀ ਜਨਰੇਸ਼ਨ ਤੋਂ ਦੂਰ ਤਾਂ ਹੋ ਹੀ ਰਹੇ ਹਾਂ। ਸਮਾਂ ਘੱਟ ਹੈ, ਆਪਣੀ ਜ਼ਿੰਦਗੀ ਦੇ ਕੰਮਕਾਜ ਦੇ ਵਿੱਚ ਐਡੇ ਰੁੱਝੇ ਗੁੱਝੇ ਹੋਏ ਕਿ ਬੱਚਿਆਂ ਨੂੰ ਸਮਾਂ ਘੱਟ ਦੇ ਰਹੇ ਹਾਂ। ਬੱਚੇ ਵੀ ਆਪਣੇ ਕੰਮਾਂ ਕਾਜਾਂ ਵਿੱਚ ਅਜਿਹੇ ਬਿਜ਼ੀ ਨੇ ਕਿ ਉਹਨਾਂ ਨੂੰ ਫੈਮਿਲੀ ਦੇ ਨਾਲ ਬੈਠਣ ਦਾ, ਬਤੀਤ ਕਰਨ ਦਾ ਸਮਾਂ ਉਹ ਲੋੜ ਇੰਨੀ ਜ਼ਿਆਦਾ ਮਹਿਸੂਸ ਨਹੀਂ ਹੋ ਰਹੀ। ਤੇ ਕਿਤੇ ਨਾ ਕਿਤੇ ਜਦੋਂ ਬਾਅਦ ਦੇ ਵਿੱਚ ਕੋਈ ਕੁਦਰਤ ਅਜਿਹੀ ਘਟਨਾ ਵਾਪਰਦੀ ਹੈ, ਅਜਿਹੀ ਅਣਸੁਖਾਵੀਂ ਘਟਨਾ ਵਾਪਰਦੀ ਹੈ, ਫਿਰ ਇਹ ਕੰਸਰਨਸ ਰੇਜ਼ ਹੁੰਦੇ ਨੇ। ਇਹ ਚੀਜ਼ ਮੈਂ ਮਹਿਕਪ੍ਰੀਤ ਦੀ ਮੌਤ ਤੋਂ ਬਾਅਦ ਜਦੋਂ ਉੱਥੋਂ ਦੇ ਸਥਾਨਕ ਲੋਕਾਂ ਨੇ ਆਪਣੀਆਂ ਹੱਡਬੀਤੀਆਂ ਦੱਸਿਆ ਵੀ ਕਿਸ ਤਰੀਕੇ ਦੀਆਂ ਚੈਲੰਜਿਸ, ਚੁਣੌਤੀਆਂ ਦੇ ਨਾਲ ਉਹ ਦੋ ਚਾਰ ਹੋ ਰਹੇ ਨੇ। ਸਕੂਲਾਂ ਦੇ ਵੀ ਜਿਹੜੇ ਬੱਚੇ ਬੱਚੀਆਂ ਪੜ੍ਹ ਰਹੇ ਨੇ
ਉਹਨਾਂ ਨੂੰ ਕਿਸ ਤਰੀਕੇ ਦੇ ਖਤਰੇ ਨੇ। ਸੋ ਉਹ ਲੱਗਿਆ ਵੀ ਅੰਡਰਲਾਈਨ ਜਿਹੜਾ ਅੰਡਰ ਕਰੰਟ ਹੈ ਉਹ ਕਾਫੀ ਜ਼ਿਆਦਾ ਸੁਗਬੁਗਾਹਟ ਹੈ, ਕਾਫੀ ਜ਼ਿਆਦਾ ਤਿਲਮਿਲਾ ਰਿਹਾ ਸਿਸਟਮ ਥੱਲੇ, ਲੇਕਿਨ ਉੱਤੇ ਐਂ ਲੱਗ ਰਿਹਾ ਵੀ ਸਭ ਕੁਝ ਠੀਕ ਹੈ। ਫਿਰ ਸ਼ਾਇਦ ਘਟਨਾਵਾਂ ਦੀ ਸ਼ਕਲ ਦੇ ਵਿੱਚ ਹੀ ਫਿਰ ਆਪਣੇ ਆਪ ਨੂੰ ਪਰਿਭਾਸ਼ਿਤ ਕਰਦਾ ਹੈ ਉਹ ਜਿਹੜਾ ਡਿਸਕੰਟੈਂਟ ਹੈ। ਜੀ, ਜਿਹੜਾ ਪੰਜਾਬ ਦਾ ਯੂਥ ਹੈ, ਆਪਾਂ ਜੋ ਪੰਜਾਬ ਦੀ ਗੱਲ ਕਰਦੇ ਹਾਂ ਹਮੇਸ਼ਾ ਇਹ ਕਿਹਾ ਜਾਂਦਾ ਅਨਇੰਪਲੋਇਮੈਂਟ ਕਾਰਨ ਹੈ ਜਿਸ ਕਰਕੇ ਯੂਥ ਕ੍ਰਾਈਮ ਵੱਲ ਜਾ ਰਿਹਾ ਜਾਂ ਇੱਕ ਦੂਸਰੇ ਨਾਲ ਦੁਸ਼ਮਣੀਆਂ ਕੱਢ ਰਿਹਾ ਹੈਗਾ, ਕਿਉਂਕਿ એનર્ਜੀ ਚੈਨਲਾਈਜ਼ ਨਹੀਂ ਹੈਗੀ। ਪਰ ਕੈਨੇਡਾ ਆ ਕੇ ਇਹ ਗੱਲ ਜਦੋਂ ਸੋਚਦੇ ਆ ਜਾਂ ਇਹ ਗੱਲ ਉੱਤੇ ਜੋ ਚਰਚਾ ਹੁੰਦੀ ਹੈ ਵੀ ਯੂਥ ਇੱਥੇ ਵੀ ਬਹੁਤ ਵੱਡੇ ਪੱਧਰ ਤੇ ਕ੍ਰਾਈਮ 'ਚ ਇਨਵੋਲਵ ਹੋ ਰਿਹਾ, ਪੰਜਾਬੀ ਯੂਥ ਦੀ ਮੈਂ ਗੱਲ ਕਰ ਰਿਹਾ, ਚਾਹੇ ਉਹ ਡਰੱਗਸ ਦੇ ਮਾਮਲੇ 'ਚ ਹੋ, ਇੱਥੇ ਤਾਂ ਕੰਮ ਵੀ ਹੈਗੇ ਨੇ, ਕੰਮ ਕਰਨ ਦੀ ਓਪਰਚੁਨਿਟੀਜ਼ ਵੀ ਨੇ। ਫਿਰ ਇਸ ਦੇ ਉੱਤੇ ਕੀ ਕਾਰਨ ਲੱਗਦਾ ਹੈ? એનર્ਜੀ ਵੀ ਚੈਨਲਾਈਜ਼ ਕਰਨ ਦੇ ਬਹੁਤ ਸਾਰੀ ਓਪਰਚੁਨਿਟੀਜ਼ ਉਰੇ ਹੈਗੀਆਂ ਨੇਗੀਆਂ। ਨਹੀਂ, ਬਿਲਕੁਲ ਹੈਗੀਆਂ ਨੇ એનર્ਜੀਜ਼। ਦੇਖੋ ਸਾਰੇ ਲੋਕ ਕੰਮਾਂ ਕਾਜਾਂ ਦੇ ਵਿੱਚ ਹੀ ਨੇ, ਤੇ ਮੈਂ ਮੈਜੋਰਿਟੀ ਕਹਿ ਰਿਹਾ ਆਪਣੇ ਬਹੁਤਾਤ ਲੋਕ ਜਿਹੜੇ ਹੈਗੇ ਨੇ ਉਹ ਆਪਣੀ ਜ਼ਿੰਦਗੀ ਨੂੰ ਬਿਹਤਰ ਕਰਨ ਲਈ ਇੱਥੇ ਆਏ ਨੇ। ਭਾਰਤ ਛੱਡ ਕੇ, ਪੰਜਾਬ ਛੱਡ ਕੇ, ਜਿੱਥੇ ਹਾਲਾਤ ਆਪਾਂ ਸਾਰੇ ਜਾਣਦੇ ਹਾਂ ਹਰ ਰੋਜ਼ ਉੱਥੇ ਕੀ ਕੁਝ ਹੋ ਰਿਹਾ, ਫਿਰੌਤੀਆਂ, ਰੰਗਦਾਰੀਆਂ, ਮਰਡਰਸ, ਐਕਸਟੋਰਸ਼ਨ, ਕੀ ਕੁਝ ਨਹੀਂ ਹੋ ਰਿਹਾ ਉੱਥੋਂ। ਉਹ ਹਾਲਾਤ ਅਜਿਹੇ ਵੱਧ ਤੋਂ ਬੱਤਰ ਹੋ ਰਹੇ ਨੇ ਕਿ ਉਹ ਹਾਲਾਤਾਂ ਨੂੰ ਛੱਡ ਕੇ ਤੇ ਐਂਟੀਸਿਪੇਟ ਕਰਕੇ ਕਈ ਸਾਲਾਂ ਪਹਿਲਾਂ ਆ ਰਹੇ ਨੇ, ਤੇ ਇੱਕ ਬਹੁਤ ਲੰਮਾ ਚੌੜਾ ਅਜੇ ਵੀ ਜਿਹੜਾ ਹਜੂਮ ਹੈ ਲੋਕਾਂ ਦਾ ਤਿਆਰ ਬੈਠਾ ਹੈ। ਸੋ ਅਜਿਹਾ ਕੋਈ ਕਾਰਨ ਨਹੀਂ ਕਿ ਇੱਥੇ ਆ ਕੇ ਵੀ ਕੋਈ ਇਨਵਾਈਟ ਕਰਦਾ ਟਰਬਲ ਨੂੰ। ਕੋਈ ਨਹੀਂ ਚਾਹੁੰਦਾ ਕਿ ਇੱਥੇ ਆ ਕੇ ਉਸਦੀ ਜ਼ਿੰਦਗੀ ਖਰਾਬ ਹੋਏ, ਤੇ ਮਿਹਨਤ ਕਰਕੇ ਇੱਥੇ ਆਪਣੀ ਰੋਜ਼ੀ ਰੋਟੀ ਕਮਾਵੇ, ਕਿ ਚੰਗਾ ਜੀਵਨ ਬਤੀਤ ਕਰੇ, ਜੋ ਕਿ ਇੱਥੇ ਦਾ ਸਾਡਾ ਸਿਸਟਮ ਜਿਹੜਾ ਹੈ ਉਸ ਨੂੰ ਅਲਾਓ ਕਰਦਾ, ਉਸ ਨੂੰ ਬਰਾਬਰ ਦਾ ਮੌਕਾ ਦਿੰਦਾ ਹੈ। ਇਹ ਸਾਰੇ ਸਥਿਤੀਆਂ ਹੈਗੀਆਂ ਨੇ, ਲੇਕਿਨ ਇਸ ਦੇ ਬਾਵਜੂਦ ਵੀ ਕੁਝ ਅਜਿਹੇ ਪਲਾਜ਼ਾ ਦੇ ਉੱਤੇ ਬਹੁਤ ਵਾਰੀ, ਜਿਵੇਂ ਬਰੈਂਪਟਨ ਵਾਲੇ ਪਲਾਜ਼ਾ ਹੈਗੇ ਜਾਂ ਉਹ GTA ਵਾਲੇ ਟੋਰਾਂਟੋ ਵਾਲੇ ਪਾਸੇ ਜਿਹੜੇ GTA ਏਰੀਆ ਹੈਗਾ ਉਧਰ ਵਾਲੇ ਪਲਾਜ਼ਾ ਤੇ ਬਹੁਤ ਵਾਰੀ ਲੜਾਈ ਹੁੰਦੀ ਆਮ ਅਸੀਂ ਵੀਡੀਓਜ਼ ਦੇਖੀ ਹੈ, BC 'ਚ ਵੀ ਹੁੰਦੀਆਂ ਦੇਖੀਆਂ ਹੈਗੀਆਂ ਨੇ। ਤਾਂ ਉਸ ਹਿਸਾਬ ਨਾਲ ਜਿਸ ਆਮ ਤੌਰ ਤੇ ਇੱਥੇ ਵੀ ਜਿਹੜੀ ਹੈ ਕਨਫਰੰਟੇਸ਼ਨ, ਟਕਰਾਅ ਦਾ ਇੱਕ ਜਿਹੜਾ ਤੁਸੀਂ ਐਟਮੋਸਫੇਅਰ, ਟੈਂਸ਼ਨਸ ਦੇਖਦੇ ਹੋ ਯੂਥ ਦੇ ਅੰਦਰ, ਉਰੇ ਵੀ ਬਹੁਤ ਜ਼ਿਆਦਾ ਪ੍ਰੈਵਲੈਂਟ ਹੈ। ਦੇਖੋ ਬੱਚਿਆਂ ਦੀ ਉਮਰ ਦੇ ਵਿੱਚ, ਮੈਂ ਤਾਂ ਕਹਾਂਗਾ ਨੌਜਵਾਨਾਂ ਦੀ ਜਿਹੜੀ ਉਮਰ ਹੁੰਦੀ ਹੈ, ਅਲੜ ਉਮਰ ਦੇ ਵਿੱਚ ਇਸ ਤਰੀਕੇ ਦੇ ਲੜਾਈ ਝਗੜੇ ਆਮ ਗੱਲਾਂ ਬਾਤਾਂ ਹੈਗੀਆਂ ਨੇ। ਹਾਲਾਂਕਿ ਇੱਥੋਂ ਦਾ ਸਿਸਟਮ ਉਸ ਚੀਜ਼ ਨੂੰ ਅਲਾਉ ਨਹੀਂ ਕਰਦਾ। ਪ੍ਰੋਬਲਮ ਇੱਥੇ ਤਾਂ ਕ੍ਰੀਏਟ ਹੁੰਦੀ ਹੈ ਜਦੋਂ ਤੁਸੀਂ ਕਿਸੇ ਹੋਰ ਲਈ ਖਤਰਾ ਬਣ ਜਾਂਦੇ ਹੋ, ਜਦੋਂ ਤੁਸੀਂ ਪਬਲਿਕ ਪਲੇਸ ਦੇ ਵਿੱਚ ਦੁਰਵਿਵਹਾਰ ਕਰਦੇ ਹੋ, ਪਬਲਿਕ ਪਲੇਸ ਦੇ ਵਿੱਚ ਹੁੱਲੜਬਾਜ਼ੀ ਕਰਦੇ ਹੋ। ਠੀਕ ਹੈ, ਤੁਸੀਂ ਆਪਸ 'ਚ ਇੱਕ ਦੂਸਰੇ ਨੂੰ ਨੁਕਸਾਨ ਪਹੁੰਚਾ ਰਹੇ ਹੋ, ਤੇ ਉਹਦੇ ਲਈ ਤੁਸੀਂ ਲੋਕ ਭੁਗਤ ਭੋਗੀਓ ਤੇ ਪੁਲਿਸ ਤੁਹਾਡੇ ਖਿਲਾਫ ਕਾਰਵਾਈ ਕਰੇਗੀ। ਲੇਕਿਨ ਜਦੋਂ ਤੁਸੀਂ ਕਮਿਊਨਿਟੀ ਦੇ ਵਿੱਚ ਆ ਕੇ ਇਸ ਤਰੀਕੇ ਦੇ ਫਸਾਦ ਕਰਦੇ ਹੋ, ਲੜਾਈ ਝਗੜਾ ਕਰਦੇ ਹੋ, ਹੋਰਾਂ ਲਈ ਇੱਕ ਭੈ ਦਾ ਮਾਹੌਲ ਪੈਦਾ ਕਰਦੇ ਹੋ, ਤਾਂ ਫਿਰ ਇੱਥੋਂ ਦੀ ਅਥਾਰਟੀਜ਼ ਨੂੰ ਟਰਬਲ ਵੀ ਹੁੰਦੀ ਹੈ, ਤੇ ਉਹ ਤੁਹਾਨੂੰ ਦੇ ਟੇਕ ਯੂ ਟੂ ਦਾ ਟਾਸਕ ਆਲਸੋ। ਆਪਣੇ ਪਿੱਛੇ ਆਪਾਂ ਨੂੰ ਪਤਾ ਹੀ ਹੈ ਵੀ ਕੀ ਜਿਹੜੀ ਘਟਨਾ ਹੋਈ, ਜਿੱਥੇ ਕਿ ਮੁੰਡੇ ਨੂੰ ਚਾਰਜ ਕੀਤਾ ਗਿਆ, ਉਹਨਾਂ ਦੀ ਡਿਪੋਰਟੇਸ਼ਨ ਤੱਕ ਦੀ ਜਿਹੜੀ ਨੌਬਤ ਆਈ ਪਈ ਹੈ, ਉਹ ਇਸ ਵਕਤ ਵੀ ਸਰੀ ਦੇ ਵਿੱਚ ਪੂਰਾ ਦਾ ਪੂਰਾ ਮੁਕੱਦਮਾ ਚੱਲਦਾ ਪਿਆ। ਪਿਛਲੇ ਬੀਤੇ ਹਫ਼ਤੇ ਦੇ ਵਿੱਚ ਉਹ ਚਾਰਜਿਸ ਸ਼ਾਇਦ ਉਹ ਜਿਹੜੇ 2 ਨੌਜਵਾਨਾਂ ਦੇ ਉੱਤੇ ਫਰੇਮ ਹੋਏ ਨੇ। ਸੋ ਚਲੋ ਉਹ ਇੱਕ ਵੱਖਰਾ ਇਸ਼ੂ ਹੈ, ਕਿਉਂਕਿ ਮੈਂ ਕਹਾਂਗਾ ਕਿ ਨੌਜਵਾਨਾਂ ਦੇ ਵਿੱਚ ਜੋਸ਼ ਹੁੰਦਾ ਹੈ ਤੇ ਉਹ ਹੁੱਲੜਬਾਜ਼ੀ ਕਰਨਾ, ਹਲੇ ਉਸ ਜ਼ਿੰਮੇਵਾਰੀ ਦਾ ਅਹਿਸਾਸ ਨਹੀਂ ਹੈ। ਮਾਪਿਆਂ ਨੇ ਕਿੱਡੀ ਘਾਲਣਾ ਕਰਕੇ ਉਹਨਾਂ ਨੂੰ ਇਸ ਲਾਇਕ ਬਣਾਇਆ, ਜਾਂ ਫਿਰ ਉਹਨਾਂ ਨੂੰ ਆਪਣੇ ਸੰਸਾਧਨਾਂ ਦੀ, ਸਰੋਤਾਂ ਦੀ ਵਰਤੋਂ ਕਰਕੇ ਇੱਥੇ ਭੇਜਿਆ ਤਾਂ ਕਿ ਇੱਥੇ ਪੜ੍ਹ ਸਕਣ, ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾ ਸਕਣ। ਜੇ ਸੌਖੇ ਤਰੀਕੇ ਦੇ ਨਾਲ ਉਹ ਚੀਜ਼ਾਂ ਮਿਲ ਗਈਆਂ ਨੇ ਤਾਂ ਸ਼ਾਇਦ ਉਸ ਚੀਜ਼ ਦਾ ਅੰਦਾਜ਼ਾ ਇਹਨਾਂ ਨੌਜਵਾਨਾਂ ਨੂੰ ਸਮੇਂ ਦੇ ਨਾਲ ਹੋਣਾ ਹੈ। ਲੇਕਿਨ ਮੈਂ ਫਿਰ ਵੀ ਮੰਨਦਾ ਕਿ ਮੈਜੋਰਿਟੀ ਆਫ ਜਿਹੜੇ ਬੱਚੇ ਹੈਗੇ ਨੇ ਉਹ ਇਸ ਜ਼ਿੰਮੇਵਾਰੀ ਨੂੰ ਸਮਝਦੇ ਨੇ। ਕੁਝ ਲੋਕ ਹੋ ਸਕਦੇ ਨੇ ਜਿਨ੍ਹਾਂ ਦੇ ਜੋ ਕਿ ਅਕਸਰ ਅਜਿਹੀਆਂ ਹਰਕਤਾਂ ਕਰਦੇ ਨੇ, ਬਾਅਦ ਦੇ ਵਿੱਚ ਵਾਇਰਲ ਵੀਡੀਓ ਦੀ ਸ਼ਕਲ ਦੇ ਵਿੱਚ ਉਹ ਹੁੱਲੜਬਾਜ਼ੀ ਕੈਪਚਰ ਹੋ ਜਾਂਦੀ ਹੈ, ਤੇ ਸਾਡੇ ਲਈ ਐਂ ਲੱਗਦਾ ਵੀ ਸਾਰੀ ਕਮਿਊਨਿਟੀ ਹੀ ਇਸ ਤਰੀਕੇ ਦੀ ਹੈ। ਹਾਲਾਂਕਿ ਇਹ ਫੈਕਟ ਹੈ ਕਿ ਜਦੋਂ ਇਸ ਤਰੀਕੇ ਦੀਆਂ ਤਸਵੀਰਾਂ, ਵੀਡੀਓਜ਼ ਆਉਂਦੇ ਨੇ, ਕਮਿਊਨਿਟੀ ਤੋਂ ਇਹ ਸਵਾਲ ਉੱਠਦੇ ਹੈਗੇ ਨੇ ਕਿ ਅਸੀਂ ਕਿਸੇ ਵੀ ਸਮਾਜ ਦੇ ਵਿੱਚ, ਕਿਸੇ ਵੀ ਸੁਸਾਇਟੀ ਦੇ ਵਿੱਚ ਜਦੋਂ ਜਾ ਕੇ ਉੱਥੇ ਕਨਵਰਜ ਕਰਨਾ ਚਾਹ ਰਹੇ ਹਾਂ, ਅਸੀਂ ਉਹਨਾਂ ਦੇ ਵਿੱਚ ਅਸਿਮੀਲੇਟ ਹੋਣਾ ਚਾਹ ਰਹੇ ਹਾਂ, ਤਾਂ ਆਪਾਂ ਚੰਗੀ ਪ੍ਰੈਕਟਿਸਿਸ ਲੈ ਕੇ, ਚੰਗਾ ਇੱਕ ਵਤੀਰਾ ਲੈ ਕੇ, ਵਿਵਹਾਰ ਲੈ ਕੇ ਉਹਨਾਂ ਦੇ ਵਿੱਚ ਜਾਵਾਂਗੇ, ਤਾਂ ਸਾਨੂੰ ਜ਼ਿਆਦਾ ਐਪਰੀਸੀਏਸ਼ਨ ਮਿਲੇਗੀ। ਸਾਡੀ ਸੁਸਾਇਟੀ ਦੀ, ਕਮਿਊਨਿਟੀ ਦੀ ਬੜੀ ਵੱਡਾ ਯੋਗਦਾਨ ਹੈ। ਆਲਰੇਡੀ ਜਿਸ ਤਰੀਕੇ ਦਾ ਯੋਗਦਾਨ ਇੱਥੇ ਸਾਡੇ ਪੰਜਾਬੀ ਕਮਿਊਨਿਟੀ ਨੇ ਦਿੱਤਾ ਹੈ ਨਾ ਮੁਲਕਾਂ ਦੇ ਵਿੱਚ, ਹਰ ਪੱਖੋਂ, ਸੋਸ਼ਲ ਵੈਲਫੇਅਰ ਪੱਖੋਂ ਕਹਿ ਲਈਏ ਜਾਂ ਪੋਲਿਟਿਕਸ ਦੇ ਪੱਖੋਂ ਕਹਿ ਲਈਏ, ਤਾਂ ਆਲ ਇਜ਼ ਵੈਲ ਰਿਕੋਗਨਾਈਜ਼ਡ, ਉਹਦੀ ਕੋਈ ਦੁਵਿਧਾ ਨਹੀਂ ਹੈ। ਇਹ ਤਾਂ ਕੁਝ ਮੁੱਠੀ ਪਰ ਹੁੰਦੇ ਨੇ, ਅਨਸਰ ਹੁੰਦੇ ਨੇ, ਤੇ ਹਰ ਸਮਾਜ ਦੇ ਵਿੱਚ ਹਰ ਥਾਂ ਤੇ ਹੁੰਦੇ ਨੇ। ਲੇਕਿਨ ਜਿਹੜਾ ਵੱਡਾ ਕੰਸਰਨ ਹੈ ਜੋ ਕਿ ਅੱਜ ਦੀ ਸਾਡੀ ਚਰਚਾ ਵਿੱਚ ਉੱਭਰਦਾ, ਉਹ ਹੈ ਕਿ ਜਦੋਂ ਕ੍ਰਾਈਮ ਕੋਈ ਹੋ ਰਿਹਾ ਹੈ, ਕ੍ਰਾਈਮ ਕਿਹੜੇ ਹਾਲਾਤ ਦੇ ਵਿੱਚ ਹੋ ਰਿਹਾ ਹੈ, ਉਸ ਦੇ ਪਿੱਛੇ ਦੇ ਜਿਹੜੇ ਸਿਗਨਲਸ ਨੇ, ਜਿਹੜੇ ਸੰਕੇਤ ਆ ਰਹੇ ਹੁੰਦੇ ਨੇ, ਉਸ ਨੂੰ ਸਮਝਣ ਦੇ ਵਿੱਚ ਆਪਾਂ ਬਤੌਰ ਪਰਿਵਾਰ ਕਾਮਯਾਬ ਨਹੀਂ ਹੁੰਦੇ। ਬਤੌਰ ਪਰਿਵਾਰ ਆਪਾਂ ਅਸਫਲ ਰਹਿੰਦੇ ਹਾਂ। ਆਪਣੇ ਬੱਚਿਆਂ ਦੀ ਜਿਹੜੀ ਉਹਨਾਂ ਦੇ ਨਾਲ ਜੇ ਕੁਝ ਅਣਸੁਖਾਵੀ ਗੱਲਬਾਤ ਹੋਣ ਵਾਲੀ ਹੈ, ਉਸ ਨੂੰ ਸਹੀ ਸਮੇਂ ਤੇ ਸਮਝਣ ਦਾ, ਬੱਚਿਆਂ ਦੇ ਨਾਲ ਇੱਕ ਪ੍ਰੋਪਰ ਕਮਿਊਨੀਕੇਸ਼ਨ ਕਰਨ ਦਾ ਸਮਾਂ ਅਸੀਂ ਯੂਜੂਅਲੀ ਖੋ ਦਿੰਦੇ ਹਾਂ।
ਜਦੋਂ ਫਿਰ ਇਸ ਤਰੀਕੇ ਦੀਆਂ ਘਟਨਾਵਾਂ ਹੁੰਦੀਆਂ ਨੇ, ਹੁਣ ਬੇਸ਼ੱਕ ਇਸ ਤਰੀਕੇ ਦੀਆਂ ਘਟਨਾਵਾਂ ਦੇ ਵਿੱਚ ਕਈ ਵਾਰ ਤਾਂ ਬਿਲਕੁਲ ਹੀ ਇੱਕ ਤਰੀਕੇ ਦਾ ਜਿਹੜਾ ਬਲਾਈਂਡ ਕੋਈ ਵਾਰਦਾਤ ਵੀ ਹੋ ਸਕਦੀ ਹੈ ਜਿਸ ਦੇ ਵਿੱਚ ਕਿਸੇ ਬੱਚੇ ਦਾ ਕੋਈ ਕਸੂਰ ਵੀ ਨਹੀਂ, ਲੇਕਿਨ ਬਹੁਤ ਸੇ ਕੇਸ ਐਸੇ ਹੁੰਦੇ ਨੇ ਕਿ ਇੱਕ ਬਿਲਡਅਪ ਹੋ ਰਿਹਾ ਹੁੰਦਾ ਹੈ, ਸਕੂਲ ਦੇ ਵਿੱਚ ਲੜਾਈ ਝਗੜਾ ਹੋ ਰਿਹਾ ਹੈ, ਕੋਈ ਕਿਸੇ ਨੂੰ ਵੰਗਾਰਦਾ ਪਿਆ ਹੈ, ਸਾਹਮਣੇ ਕੋਈ ਅਜਿਹਾ ਗਰੁੱਪ ਹੈ, ਜਿਵੇਂ ਮਹਿਕਪੁਰੀ ਦੇ ਕੇਸ ਦੇ ਵਿੱਚ ਵੀ ਉਸਦੇ ਪਿਤਾ ਨੇ ਜ਼ਿਕਰ ਕੀਤਾ ਕਿ ਉਹਨਾਂ ਦਾ ਬੇਟਾ ਆਪਣੀ ਬਹਾਦਰੀ ਕਰਕੇ ਜਾਂ ਕਹਿ ਲਓ ਕਿ ਦਲੇਰੀ ਕਰਕੇ ਮਾਰਿਆ ਗਿਆ। ਸ਼ਾਇਦ ਉਹਨਾਂ ਦਾ ਕਹਿਣ ਦਾ ਭਾਵ ਸੀ ਵੀ ਕੋਈ ਗਰੁੱਪ ਸੀ ਮੁੰਡਿਆਂ ਦਾ ਜਿਨ੍ਹਾਂ ਨੇ ਉਸਨੂੰ ਵੰਗਾਰਿਆ, ਚੁਣੌਤੀ ਦਿੱਤੀ ਇੱਕ ਥਾਂ ਤੇ ਆਉਣ ਦੀ, ਤੇ ਜਦੋਂ ਉੱਥੇ ਉਹ ਆਉਂਦਾ ਹੈ ਉਸ ਵਕਤ ਉਸਨੂੰ ਚਾਕੂ ਮਾਰਤਾ ਜਾਂਦਾ ਹੈ, ਤੇ ਚਾਕੂ ਵੀ ਇੱਕ ਅਜਿਹੀ ਥਾਂ ਤੇ ਮਾਰਿਆ ਜਾਂਦਾ ਜਿੱਥੇ ਕਿ ਉਹ ਇੰਨੀ ਸੈਂਸਿਟਿਵ ਥਾਂ ਸੀ ਕਿ ਚਾਕੂ ਦੇ ਵਾਰ ਨਾਲ ਦੇ ਨਾਲ ਹੀ ਉਸ ਮੌਕੇ ਦੇ ਉੱਤੇ ਹੀ ਇੰਨੀ ਬਲੀਡਿੰਗ ਹੋ ਕੇ ਉਸ ਬੱਚੇ ਦੀ ਮੌਤ ਹੋ ਜਾਂਦੀ ਹੈ। ਸੋ ਉਸ ਚੀਜ਼ ਨੂੰ ਲੈ ਕੇ ਅਜੇ ਵੀ ਸੰਘਰਸ਼ ਕਰ ਰਹੇ ਨੇ ਕਿ ਆਇਡੈਂਟੀਫਾਈ ਕੀਤਾ ਜਾਏ ਕਿ ਇੱਕ ਅਕਿਊਜ਼ ਤੁਸੀਂ ਫੜ ਲਿਆ ਲੇਕਿਨ ਉਸਦੇ ਨਾਲ ਹੋਰ ਕਿਹੜਾ ਗਰੁੱਪ ਸੀਗਾ, ਬੈਚ ਸੀ। ਸੋ ਇਸ ਤਰੀਕੇ ਦੀਆਂ ਚੈਲੰਜਸ ਰਹਿੰਦੇ ਨੇ, ਲੇਕਿਨ ਜ਼ਿਆਦਾਤਰ ਜਦੋਂ ਖਬਰਾਂ ਬਣਦੀਆਂ ਨੇ ਤੇ ਖਬਰਾਂ ਤੋਂ ਬਾਅਦ ਸਮੇਂ ਸਿਰ ਉਹਨਾਂ ਦੇ ਉੱਤੇ ਜ਼ਿਆਦਾ ਡਿਟੇਲਸ ਦਾ ਨਾ ਨਿਕਲ ਪਾਣਾ, ਇਹ ਸਾਡੇ ਲਈ ਹੋਰ ਜਿਹੜਾ ਸਸਪੈਂਸ ਨੂੰ ਵਧਾਉਂਦਾ ਤੇ ਉਹ ਸਸਪੈਂਸ ਦੇ ਵਿੱਚ ਮਾਈਂਡ ਹੋਰ ਵਰਕ ਕਰਦਾ ਤੇ ਵੱਡੀਆਂ ਜਿਹੜੀਆਂ ਜਨਰਲਾਈਜੇਸ਼ਨ ਹੈ, ਥਿਊਰੀਜ਼ ਹੈ, ਉਹਨਾਂ ਨੂੰ ਸੋਚਦਾ ਹੈ। ਲੇਕਿਨ ਜਦੋਂ ਆਪਾਂ ਕੇਸ ਟੂ ਕੇਸ ਕਿਸੇ ਕੇਸ ਵਾਰਦਾਤ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਤਾਂ ਜਵਾਬ ਜ਼ਰੂਰ ਮਿਲਣਗੇ, ਲੇਕਿਨ ਇੱਥੇ ਥੋੜਾ ਜਿਹਾ ਉਹ ਜਿਹੜੀ ਸਕਰੀਨਿੰਗ ਹੈ ਇਨਫੋਰਮੇਸ਼ਨ ਦੀ ਕੀਤੀ ਜਾਂਦੀ ਹੈ, ਖਾਸ ਕਰਕੇ ਜਿਹੜਾ ਵਿਕਟਮ ਹੈ ਉਸ ਦੀ ਪਛਾਣ ਤਾਂ ਕਲੀਅਰ ਕਰਤੀ ਜਾਂਦੀ ਹੈ, ਲੇਕਿਨ ਅਕਿਊਜ਼ ਦੀ ਪਛਾਣ ਨੂੰ ਜ਼ਿਆਦਾ ਛੇਤੀ ਜਦ ਤੱਕ ਉਸ ਉੱਤੇ ਚਾਰजेस ਵਗੈਰਾ ਫਰੇਮ ਨਾ ਹੋ ਜਾਣ ਤਦ ਤੱਕ ਦੱਸਿਆ ਨਹੀਂ ਜਾਂਦਾ, ਤੇ ਇਹੀ ਕਾਰਨ ਹੈ ਕਿ ਲੋਕਾਂ ਦੇ ਵਿੱਚ ਇੱਕ ਸੰਸਾ ਜਿਹਾ ਵੀ ਬਣਿਆ ਰਹਿੰਦਾ ਹੈ। ਹੁਣੇ ਆਪਣੇ ਪੱਖੋਂ ਠੀਕ ਵੀ ਹੈ ਇਨ ਦਾ ਇੰਟਰਸਟ ਆਫ ਨੈਚੁਰਲ ਜਸਟਿਸ, ਕਿਉਂਕਿ ਇੱਥੇ ਦਾ ਸਿਸਟਮ ਇਹ ਵਿਸ਼ਵਾਸ ਕਰਦਾ ਹੈ ਕਿ ਜਦ ਤੱਕ ਤੁਹਾਡੇ ਕੋਲ ਐਡੇ ਪੁਖਤਾ ਸਬੂਤ ਨਹੀਂ ਨੇ, ਤੁਸੀਂ ਅਦਾਲਤ ਦੇ ਵਿੱਚ ਉਹ ਚਾਰजेस ਪ੍ਰੈਸ ਨਹੀਂ ਕਰ ਸਕਦੇ, ਤਦ ਤੱਕ ਤੁਸੀਂ ਅਕਿਊਜ਼ ਦੀ ਪਛਾਣ ਨਾ ਦੱਸੋ, ਕਿਉਂਕਿ ਜੇ ਤੁਸੀਂ ਦੱਸਤਾ ਵੀ ਇਸ ਬੰਦੇ ਨੇ ਚਾਕੂ ਮਾਰਿਆ, ਹਮਲਾ ਕੀਤਾ, ਜਦ ਤੱਕ ਜੇ ਤੁਹਾਡੇ ਕੋਲ ਸਬੂਤ ਲੋੜੀਂਦੇ ਨਹੀਂ ਤਾਂ ਕੱਲ ਨੂੰ ਉਸ ਦੀ ਜਿਹੜੀ ਬਦਨਾਮੀ ਹੋਣੀ ਆ, ਉਸਦੇ ਉੱਤੇ ਜਿਹੜਾ ਇਲਜ਼ਾਮ ਲੱਗਣਾ ਹੈ, ਲੋਕਾਂ ਨੇ, ਸੋਸਾਇਟੀ ਨੇ ਉਸਨੂੰ ਇੱਕ ਮੁਲਜ਼ਮ ਦੀ ਤਰ੍ਹਾਂ ਵੇਖਣਾ ਹੈ, ਮੁਜਰਮ ਦੀ ਤਰ੍ਹਾਂ ਰਾਦਰ ਵੇਖਣਾ ਹੈ, ਉਹ ਚੀਜ਼ ਉਹਦੇ ਨਾਲ ਇੱਕ ਬਹੁਤ ਵੱਡਾ ਧੱਕਾ ਹੋਏਗੀ। ਸੋ ਲਾਰਜਰ ਇੰਟਰਸਟ ਦੇ ਵਿੱਚ ਇਹ ਗੱਲ ਠੀਕ ਹੈ ਕਿ ਇੱਥੇ ਬਹੁਤ ਸੀ ਇਨਫੋਰਮੇਸ਼ਨ ਅਕਿਊਜ਼ ਦੇ ਮੁਤਲਕ ਵਿਦਹੋਲਡ ਕੀਤੀ ਜਾਂਦੀ ਹੈ, ਲੇਕਿਨ ਦੂਸਰੇ ਪਾਸੇ ਜਿਹੜਾ ਪੀੜਤ ਪੱਖ ਹੁੰਦਾ ਹੈ ਉਸ ਦੀ ਆਸ ਹਮੇਸ਼ਾ ਰਹਿੰਦੀ ਹੈ ਵੀ ਸਾਨੂੰ ਛੇਤੀ ਤੋਂ ਛੇਤੀ ਵੱਧ ਤੋਂ ਵੱਧ ਜਾਣਕਾਰੀ ਮਿਲੇ, ਲੋਕਾਂ ਤੱਕ ਤਸਵੀਰ ਕਲੀਅਰ ਹੋਏ। ਅਸੀਂ ਵੀ ਐਜ਼ ਏ ਮੀਡੀਆ ਪੱਤਰਕਾਰ ਜਾਂ ਫਿਰ ਕਹਿ ਲਈਏ ਕਿ ਐਜ਼ ਏ ਆਬਜ਼ਰਵਰ, ਸਾਡੀ ਵੀ ਆਸ ਇਹੀ ਹੁੰਦੀ ਹੈ ਵੀ ਅਸੀਂ ਜੋ ਵੀ ਘਟਨਾ ਹੋਈ ਹੈ ਉਸ ਦੀ ਤਹਿ ਤੱਕ ਛੇਤੀ ਤੋਂ ਛੇਤੀ ਪਹੁੰਚ ਪਾਈਏ, ਲੇਕਿਨ ਪੁਲਿਸ ਨੇ ਆਪਣੇ ਤਰੀਕੇ ਨਾਲ, ਇਨਵੈਸਟੀਗੇਟਰਸ ਨੇ ਆਪਣਾ ਕੰਮ ਕਰਨਾ ਹੁੰਦਾ, ਤੇ ਮੈਨੂੰ ਲੱਗਦਾ ਹੈ ਉਹ ਸਹੀ ਅਪਰੋਚ ਵੀ ਕੁਝ ਹੱਦ ਤੱਕ ਹੈ। ਸਾਡੀਆਂ ਐਸਪੀਰੇਸ਼ਨਸ ਤੇ ਉਹਨਾਂ ਦਾ ਜਿਹੜਾ ਜ਼ਿੰਮੇਵਾਰੀ ਹੈ ਉਹ ਮੈਚ ਜ਼ਰੂਰੀ ਨਹੀਂ ਵੀ ਹਮੇਸ਼ਾ ਮੌਕੇ ਤੇ ਹੀ ਹੋ ਸਕੇ। ਸੋ ਇਹ ਕੁਝ ਕਮੀਆਂ ਖਾਮੀਆਂ ਜਾਂ ਗੈਪਸ ਰਹਿ ਜਾਂਦੇ ਨੇ ਜਿਨ੍ਹਾਂ ਦੇ ਕਾਰਨ ਮਨ ਹੋਰ ਚਿੰਤਿਤ ਹੁੰਦਾ ਹੈ, ਤੇ ਜਦੋਂ ਇੱਕ ਤੋਂ ਬਾਅਦ ਇੱਕ ਅਜਿਹੀਆਂ ਵਾਰਦਾਤਾਂ, ਘਟਨਾਵਾਂ ਦਾ ਸਿਲਸਿਲਾ ਰੁਕ ਨਾ ਰਿਹਾ ਹੋਵੇ ਤਾਂ ਫਿਰ ਇੰਝ ਵੀ ਮਹਿਸੂਸ ਹੋਣ ਲੱਗਦਾ ਵੀ ਸ਼ਾਇਦ ਸਾਡੇ ਬੱਚੇ, ਅਸੀਂ ਲੋਕ ਇੱਥੇ ਸੇਫ ਨਹੀਂ, ਪਰ ਅਜਿਹਾ ਨਹੀਂ ਹੈ। ਜੇ ਆਪਾਂ ਓਵਰਆਲ ਕ੍ਰਾਈਮ ਰੇਟ ਨੂੰ ਵੇਖੀਏ ਤਾਂ ਮੈਨੂੰ ਲੱਗਦਾ ਨਹੀਂ ਕਿ ਆਪਾਂ ਕਿਤੇ ਵੀ ਕੰਪੈਰੀਜ਼ਨ ਦੇ ਵਿੱਚ ਖੜੇ ਆ ਕੰਪੇਅਰ ਟੂ ਜੇ ਆਪਾਂ ਬੈਕ ਹੋਮ ਇਨ ਪੰਜਾਬ ਜਾਂ ਇੰਡੀਆ ਗੱਲ ਕਰੀਏ, ਉੱਥੇ ਬਹੁਤ ਵਾਰਦਾਤਾਂ ਹੋ ਰਹੀਆਂ ਨੇ, ਤੇ ਉੱਥੇ ਦੀ ਜਿਹੜੀ ਕ੍ਰਾਈਮ ਹੈ, ਉੱਥੇ ਦੀ ਜਿਹੜੀ ਰਿਪੋਰਟਿੰਗ ਹੈ, ਤੇ ਉੱਥੇ ਦੀ ਜਿਹੜੀ ਨਿਆਂ ਪ੍ਰਣਾਲੀ ਹੈ, ਅਕਸਰ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੇ ਪੱਖੋਂ ਵੀ ਬਹੁਤ ਉਹਨਾਂ 'ਚ ਕਮੀਆਂ ਖਾਮੀਆਂ ਰਹਿੰਦੀਆਂ ਨੇ, ਜੋ ਕਿ ਘੱਟੋ ਘੱਟ ਇੱਥੇ ਨਹੀਂ ਹੈ। ਇੱਥੇ ਜੇ ਤੁਸੀਂ ਸਹੀ ਟਾਈਮ ਤੇ ਆਇਡੈਂਟੀਫਾਈ ਕਰ ਲਓਗੇ ਕਿ ਪੁਲਿਸ ਕਰ ਹੀ ਲੈਂਦੀ ਹੈ ਇਨਵੈਸਟੀਗੇਸ਼ਨ, ਆਪਣੇ ਪੱਖੋਂ ਮਾੜੀ ਨਹੀਂ ਹੁੰਦੀ, ਲੇਕਿਨ ਹੁਣ ਇਹ ਹੈ ਵੀ ਬਹੁਤ ਸੀ ਚੀਜ਼ਾਂ ਦੇ ਉੱਤੇ ਪਰਦਾ ਰੱਖਣਾ ਪੈਂਦਾ, ਕਾਫੀ ਸਮੇਂ ਤੱਕ ਪਰਦਾ ਰੱਖਣਾ ਪੈਂਦਾ, ਇਹ ਜ਼ਰੂਰਤ ਵੀ ਹੈ ਤੇ ਇੱਥੇ ਸਿਸਟਮ ਦੀ ਲੋੜ ਵੀ। ਤੇਜ ਜੀ, ਬਹੁਤ ਬਹੁਤ ਧੰਨਵਾਦ ਇਸ ਅਹਿਮ ਵਿਸ਼ੇ ਦੇ ਉੱਤੇ ਰੋਸ਼ਨੀ ਪਾਉਣ ਵਾਸਤੇ ਤੇ ਦੱਸਣ ਵਾਸਤੇ।